ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਸਿਆਸੀ ਬਹਾਨੇ ਪੰਜਾਬ ਨਾਲ ਰੜਕ ਕੱਢਣ ਲੱਗਾ ਕੇਂਦਰ। ਸਾਡੇ ਨਾਲ ਇਸ ਬਾਰੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਭੁੱਲਰ ਸਾਹਿਬ। ਭੁੱਲਰ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਮਿਹਰਬਾਨੀ ਜੀ ਤੁਹਾਡੀ। ਚਰਨਜੀਤ ਜੀ, ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਭਰ ਦੇ ਮੁੱਖ ਮੰਤਰੀਆਂ ਨਾਲ ਮੀਟਿੰਗ ਕੀਤੀ ਗਈ ਹੈ। ਭਾਵੇਂ ਇਸ ਮੀਟਿੰਗ ਦਾ ਮੁੱਖ ਏਜੰਡਾ ਕਰੋਨਾ ਪ੍ਰਬੰਧਾਂ ਨੂੰ ਲੈ ਕੇ ਜਿਹੜੀ ਸਮੀਖਿਆ ਮੀਟਿੰਗ ਸੀਗੀ ਇਹ, ਪਰ ਕਿਤੇ ਨਾ ਕਿਤੇ ਉਹਨਾਂ ਇਸ ਮੀਟਿੰਗ 'ਚ ਜਿਹੜਾ ਸਾਰੇ ਮੁੱਖ ਮੰਤਰੀਆਂ ਨੂੰ ਸੂਬਾ ਸਰਕਾਰਾਂ ਅਤੇ ਕੇਂਦਰ ਦੇ ਵਿੱਚ ਘਰ ਤਾਲਮੇਲ ਬਣਾ ਕੇ ਰੱਖਣ ਦਾ ਇੱਕ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ। ਪਰ ਇਸ ਦੇ ਨਾਲ ਹੀ ਦੂਜੇ ਪਾਸੇ ਗੱਲ ਕਰੀਏ ਤਾਂ ਭਾਰਤੀ ਖੁਰਾਕ ਨਿਗਮ ਵੱਲੋਂ ਇੱਕ ਨਵਾਂ ਫਰਮਾਨ ਜਾਰੀ ਕਰ ਦਿੱਤਾ ਹੈ। ਉਹਨਾਂ ਦਾ ਕਹਿਣਾ ਹੈ ਵੀ ਕਿ ਇਹ ਜਿਹੜੀ ਕਣਕ ਦੀ ਖਰੀਦ ਕੀਤੀ ਗਈ ਹੈ, ਇਸ 'ਤੇ ਜੇਕਰ ਕੇਂਦਰ ਸਰਕਾਰ ਕੋਈ ਵੀ ਕੱਟ ਲਗਾਉਂਦੀ ਹੈ ਤਾਂ ਉਸ ਦੀ ਭਰਪਾਈ ਸੂਬਾ ਸਰਕਾਰਾਂ ਕਰਨਗੀਆਂ। ਇੱਕ ਪਾਸੇ ਪ੍ਰਧਾਨ ਮੰਤਰੀ ਦੋਵੇਂ ਸੂਬੇ ਹੋਣ ਚਾਹੇ ਕੇਂਦਰ ਉਸ 'ਚ ਤਾਲਮੇਲ ਬਣਾਉਣ ਦੀ ਗੱਲ ਕਰ ਰਹੇ ਨੇ, ਅਤੇ ਦੂਜੇ ਪਾਸੇ ਭਾਰਤੀ ਖੁਰਾਕ ਨਿਗਮ ਸਾਰਾ ਬੋਝ ਸੂਬਿਆਂ 'ਤੇ ਪਾਉਣ ਲੱਗਿਆ। ਫਿਰ ਇਹ ਤਾਲਮੇਲ ਕਿਹੋ ਜਿਹਾ, ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ? ਅੱਜ ਸਾਡੇ ਮੁਲਕ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਇੱਕ ਮੀਟਿੰਗ ਕੀਤੀ ਹੈ ਔਰ ਇਸ ਮੀਟਿੰਗ ਦੇ ਵਿੱਚ ਪ੍ਰਧਾਨ ਮੰਤਰੀ ਨੇ ਸਾਰੇ ਮੁੱਖ ਮੰਤਰੀਆਂ ਨੂੰ ਜਿਹੜੀ ਕੋਆਪਰੇਟਿਵ ਫੈਡਰਲਿਜ਼ਮ ਦੀ ਭਾਵਨਾ ਹੈ ਉਹ 'ਤੇ ਚੱਲਣ ਦੀ ਨਸੀਹਤ ਦਿੱਤੀ ਹੈ ਜੀ। ਔਰ ਉਹਨਾਂ ਨੇ ਕਿਹਾ ਹੈ ਕਿ ਕੇਂਦਰ ਔਰ ਸੂਬਿਆਂ ਦੇ ਵਿੱਚ ਬਿਹਤਰ ਤਾਲਮੇਲ ਬਣਾਏ ਜਾਣ ਦੀ ਲੋੜ ਹੈ। ਔਰ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਸੰਕਟਾਂ ਨਾਲ ਜਾਂ ਚੁਣੌਤੀਆਂ ਨਾਲ ਨਜਿੱਠਣ ਲਈ ਜਾਂ ਮੁਲਕ ਦੀ ਜਿਹੜੀ ਓਵਰਆਲ ਗਰੋਥ ਦੇ ਲਈ ਇਹ ਜ਼ਰੂਰੀ ਹੈ ਕਿ ਕੋਆਪਰੇਟਿਵ ਫੈਡਰਲਿਜ਼ਮ ਦੀ ਭਾਵਨਾ 'ਤੇ ਪਹਿਰਾ ਦਿੱਤਾ ਜਾਵੇ। ਜੀ। ਇੱਕ ਪਾਸੇ ਤਾਂ ਪ੍ਰਧਾਨ ਮੰਤਰੀ ਇਹ ਗੱਲ ਕਰਦੇ ਨੇ ਕਿ ਸਭ ਦਾ ਸਾਥ ਸਭ ਦਾ ਵਿਕਾਸ, ਪਰ ਜਦੋਂ ਅਸੀਂ ਹਕੀਕਤ ਦੇ ਵਿੱਚ ਦੇਖਦੇ ਹਾਂ ਤਾਂ ਹਕੀਕਤ ਦੇ ਵਿੱਚ ਸਾਨੂੰ ਬਿਲਕੁਲ ਉਲਟ ਹੈ ਜਿਹੜਾ ਉਹ ਨਜ਼ਰ ਪੈਂਦਾ ਹੈ। ਪ੍ਰਧਾਨ ਮੰਤਰੀ ਦੀਆਂ ਇਹਨਾਂ ਨਸੀਹਤਾਂ ਦੇ ਦੌਰਾਨ ਜਿਹੜਾ ਭਾਰਤੀ ਖੁਰਾਕ ਨਿਗਮ ਹੈ ਉਹ ਸਾਡੇ ਸੂਬੇ ਦੇ ਵਿੱਚ ਜਿਹੜੀ 93 ਲੱਖ ਮੀਟ੍ਰਿਕ ਟਨ ਜਿਹੜੀ ਕਣਕ ਦੀ ਖਰੀਦ ਹੋਈ ਹੈ ਜੀ। ਉਹਨੂੰ ਲੈ ਕੇ ਇੱਕ ਨਵੀਂ ਸ਼ਰਤ ਹੈ ਜਿਹੜੀ ਉਹ ਲਗਾ ਰਿਹਾ ਹੈ। ਪਹਿਲਾਂ ਤਾਂ ਇਹ ਸੀ ਕਿ FCI ਨੇ ਜਿਹੜੀ ਕਣਕ ਹੈ ਉਹਦੀ ਡਾਇਰੈਕਟ ਡਿਲੀਵਰੀ ਲੈਣ ਤੋਂ ਹੀ ਇਨਕਾਰ ਕਰ ਦਿੱਤਾ ਸੀ। ਆਤਿਸ਼ ਜੀ, ਇਹ ਦੱਸਣਾ ਚਾਹਾਂਗੇ ਕਿ ਜਿਹੜੀਆਂ ਸਟੇਟ ਏਜੰਸੀਆਂ ਨੇ ਉਹ ਸੈਂਟਰ ਦੇ ਬਿਹਾਫ 'ਤੇ ਜਿਹੜਾ ਅਨਾਜ ਹੈ ਉਹ ਖਰੀਦ ਕਰਦੀਆਂ ਨੇ। ਬਿਲਕੁਲ। ਪਰ ਇਹਦੇ ਵਿੱਚ ਇਹ ਵੀ ਹੁੰਦਾ ਕਿ ਭਾਰਤੀ ਖੁਰਾਕ ਨਿਗਮ ਦੇ ਜਿੰਨੇ ਵੀ ਗੋਦਾਮ ਨੇ ਉਹਨਾਂ ਨੂੰ ਭਰਨ ਦੀ ਸੂਰਤ ਤੋਂ ਬਾਅਦ ਜਦੋਂ ਉਹ ਸਾਰੇ ਭਰ ਜਾਂਦੇ ਨੇ ਉਸ ਤੋਂ ਬਾਅਦ ਸਟੇਟ ਏਜੰਸੀਆਂ ਆਪਣੇ ਗੋਦਾਮਾਂ ਦੇ ਵਿੱਚ ਅਨਾਜ ਨੂੰ ਲਾਉਂਦੀਆਂ ਨੇ। ਜੀ। ਮਤਲਬ ਕੁਛ ਮਾਰਜਨ ਹੈ ਜਿਹੜਾ ਉਹ FCI ਦੇ ਗੋਦਾਮਾਂ ਦੇ ਵਿੱਚ ਅਨਾਜ ਹੈ ਜਿਹੜਾ ਲੱਗਦਾ ਹੈਗਾ। ਜੀ। ਉਹ ਐਤਕੀ ਇਹਨਾਂ ਨੇ ਪੱਤਰ ਜਾਰੀ ਕਰਕੇ ਕਹਿ ਦਿੱਤਾ ਕਿ ਐਤਕੀ ਗਰਮੀ ਪੈਣ ਕਰਕੇ ਕਣਕ ਦੇ ਦਾਣੇ ਜਿਹੜੇ ਸੁੰਗੜ ਗਏ ਸੀਗੇ। ਤੁਹਾਨੂੰ ਵੀ ਪਤਾ, ਸਾਡੇ ਦਰਸ਼ਕ ਵੀ ਇਸ ਗੱਲ ਤੋਂ ਜਾਣੂ ਨੇ, ਅਤੇ ਕਣਕ ਦਾ ਜਿਹੜੀ ਯੀਲਡ ਹੈ ਉਹ ਵੀ ਘੱਟ ਆਈ ਹੈ। ਤਾਂ ਖੁਰਾਕ ਨਿਗਮ ਨੇ ਕਹਿ ਦਿੱਤਾ ਸੀਗਾ ਕਿ ਜੇ ਕੇਂਦਰ ਸਰਕਾਰ ਨੇ, ਅਸੀਂ ਤੁਹਾਡੇ ਕੋਲੋਂ ਕਣਕ ਲੈ ਲੈਂਦੇ ਹਾਂ, ਜੇ ਕੇਂਦਰ ਸਰਕਾਰ ਨੇ ਕੋਈ ਕੱਟ ਲਗਾ ਦਿੱਤਾ ਤਾਂ ਉਹਦੀ ਸਾਰੀ ਜਿਹੜੀ ਵਿੱਤੀ ਭਰਪਾਈ ਹੈ ਉਹ ਸੂਬਾ ਸਰਕਾਰ ਨੂੰ ਕਰਨੀ ਪਏਗੀ। ਇਹ ਕੱਲ੍ਹ ਦਾ ਸਾਰੀਆਂ ਖਰੀਦ ਏਜੰਸੀਆਂ ਦੇ ਜਿਹੜੇ ਆਫਿਸਰ ਸਾਹਿਬਾਨ ਹੈ ਜਾਂ ਮੁਲਾਜ਼ਮ ਹੈ ਉਹਨਾਂ ਦੇ ਵਿੱਚ ਕਾਫੀ ਹਾਹਾਕਾਰ ਹੈ ਜਿਹੜੀ ਉਹ ਮੱਚੀ ਹੋਈ ਹੈ, ਕਿਉਂਕਿ ਜਿੰਨਾ ਟਾਈਮ ਸੈਂਟਰ ਦੇ ਬੰਨਿਓ ਕੋਈ ਲਿਖਤੀ ਆਦੇਸ਼ ਨਹੀਂ ਆਉਂਦੇ ਕਿ ਅਸੀਂ ਤੁਹਾਡੇ ਜਿਹੜੇ ਨੋਰਮਸ ਹੈ ਉਹਨੂੰ ਰਿਲੈਕਸ ਕਰ ਦਿੱਤੇ ਨੇ, ਉਹਨਾਂ ਟਾਈਮ ਇਸ ਕਿਸਮ ਦੀ ਜਿਹੜੀ ਸ਼ਰਤਾਂ ਤੋਂ ਇਹ ਪ੍ਰਭਾਵ ਜਾ ਰਿਹਾ ਹੈ ਕਿ ਜੇ ਸੈਂਟਰ ਰਜ਼ਾਮੰਦ ਨਾ ਹੋਇਆ ਤਾਂ ਸਾਰੀ ਭਰਪਾਈ ਹੈ ਜਿਹੜੀ ਉਹ ਸਟੇਟ 'ਤੇ ਪੈ ਜਾਂਦੀ ਹੈ। ਸਟੇਟ ਕੋਲ ਇੰਨੀ ਵਿੱਤੀ ਪਹੁੰਚ ਨਹੀਂ ਕਿ ਉਹ ਸਾਰੀ ਭਰਪਾਈ ਨੂੰ ਝੱਲ ਸਕੇ, ਚੱਕ ਸਕੇ। ਦੂਜੀ ਗੱਲ ਇਹ ਹੈ ਕਿ ਜਦੋਂ ਅਸੀਂ ਕੋਆਪਰੇਟਿਵ ਫੈਡਰਲਿਜ਼ਮ ਦੀ ਗੱਲ ਕਰਦੇ ਨੇ ਸਾਡੇ ਮੁਲਕ ਦੇ ਪ੍ਰਧਾਨ ਮੰਤਰੀ, ਤਾਂ ਜਦੋਂ ਹਕੀਕੀ ਰੂਪ ਦੇਖਦੇ ਹਾਂ ਤਾਂ ਇਹ ਵੀ ਨਜ਼ਰ ਪੈਂਦਾ ਹੈਗਾ ਕਿ ਸੈਂਟਰ ਸਰਕਾਰ ਨੇ ਜਿਹੜੀਆਂ ਟੀਮਾਂ ਪੰਜਾਬ ਦੇ ਵਿੱਚ ਭੇਜੀਆਂ ਸੀ ਜੀ ਵਿਸਾਖੀ ਵਾਲੇ ਦਿਨ, ਔਰ ਜਿਨ੍ਹਾਂ ਨੇ 3 ਦਿਨ ਪੰਜਾਬ ਦਾ ਦੌਰਾ ਵੀ ਕੀਤਾ, ਉਹਨਾਂ ਨੇ ਆਪਣੀ ਰਿਪੋਰਟ ਹੈ ਜਿਹੜੀ ਉਹ ਵੀ ਸਬਮਿਟ ਕਰ ਦਿੱਤੀ ਹੈ। 2 ਹਫ਼ਤੇ ਬੀਤ ਗਏ ਨੇ ਕਿ ਭਾਰਤ ਸਰਕਾਰ ਨੇ ਅਜੇ ਤੱਕ ਕੋਈ ਫੈਸਲਾ ਨਹੀਂ ਲਿਆ। ਕਣਕ ਦਾ ਜਿਹੜਾ ਪ੍ਰੋਕਿਉਰਮੈਂਟ ਦਾ ਜਿਹੜਾ ਸੀਜ਼ਨ ਹੈ ਜਾਂ ਪ੍ਰੋਕਿਉਰਮੈਂਟ ਹੈ ਉਹ ਲਗਭਗ ਹੋ ਗਈ ਹੈ, ਪਰਚੇਜ਼ ਹੈ। ਇਸ ਦੇ ਬਾਵਜੂਦ ਭਾਰਤ ਸਰਕਾਰ ਦਾ ਕੋਈ ਫੈਸਲਾ ਨਹੀਂ ਆਇਆ। ਪਹਿਲਾਂ ਵੀ ਇਸ ਕਿਸਮ ਦੀਆਂ ਜਿਹੜੇ ਸਿਚੁਏਸ਼ਨਸ ਜਿਹੜੀਆਂ ਆਉਂਦੀਆਂ ਰਹੀਆਂ ਨੇ, ਪਰ ਕਦੇ ਅਜਿਹਾ ਨਹੀਂ ਸੀ ਹੋਇਆ
ਕਿ ਭਾਰਤ ਸਰਕਾਰ ਨੇ ਕਦੇ ਫੈਸਲਾ ਲੈਣ ਦੇ ਵਿੱਚ ਇੰਨੀ ਦੇਰੀ ਕੀਤੀ ਹੋਵੇ ਜਿੰਨੀ ਇਸ ਵਾਰ ਕੀਤੀ ਜਾ ਰਹੀ ਹੈ। ਜੀ ਸਿਆਸੀ ਹਲਕਿਆਂ ਦੇ ਵਿੱਚ ਤਾਂ ਇਹ ਵੀ ਕਿਹਾ ਜਾ ਰਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਹੈ ਜੀ ਜਿਹੜਾ ਕੇਂਦਰ ਸਰਕਾਰ ਹੈ ਉਹ ਪੰਜਾਬ ਨਾਲ ਕੋਈ ਖਾਸ ਕਿਸਮ ਦੀ ਜਿਹੜੀ ਰੜਕ ਹੈ ਉਹ ਰੱਖ ਰਹੀ ਹੈ। ਉਹ ਕਾਰਨ ਖੇਤੀ ਕਾਨੂੰਨਾਂ ਵਾਲਾ ਵੀ ਹੋ ਸਕਦਾ ਹੈਗਾ, ਜਾਂ ਇਹ ਵੀ ਲੱਗਦਾ ਕਿ ਆਮ ਆਦਮੀ ਦੀ ਪਾਰਟੀ ਨੇ ਪੰਜਾਬ ਤੋਂ ਬਾਅਦ ਅੱਗੇ ਆਪਣੇ ਜਿਹੜੇ ਪੈਰ ਹੈ ਪਸਾਰਨੇ ਹੈ, ਔਰ ਇਹਨਾਂ ਦੇ ਪੰਜਾਬ ਦਾ ਮਾਡਲ ਅਗਰ ਸਫਲ ਹੁੰਦਾ ਹੈ ਤਾਂ ਇਹ ਦੂਸਰੇ ਸੂਬਿਆਂ ਨੂੰ ਪੈਣਗੇ ਅਤੇ ਅੱਗੇ ਉਹ ਇਨ ਫਿਊਚਰ ਹੈ ਜਿਹੜਾ ਭਾਜਪਾ ਲਈ ਚੁਣੌਤੀ ਬਣ ਸਕਦੇ ਨੇ। ਤਾਂ ਇਹ ਵੀ ਸਿਆਸੀ ਹਲਕੇ ਆਖ ਰਹੇ ਨੇ ਕਿ ਜਾਣਬੁੱਝ ਕੇ ਇਸ ਮਸਲੇ ਨੂੰ ਜਿਹੜਾ ਲਟਕਾਇਆ ਜਾ ਰਿਹਾ। ਕਦੇ ਕਹਿ ਦਿੱਤਾ ਜਾਂਦਾ ਕਿ ਜੀ ਹਰਿਆਣਾ ਦੇ ਵਿੱਚ ਵੀ ਇਸ ਸਮੱਸਿਆ ਆਈ ਹੈ, ਅਸੀਂ ਜਦੋਂ ਹਰਿਆਣੇ ਦਾ ਫੈਸਲਾ ਕਰਾਂਗੇ ਉਦੋਂ ਹੀ ਪੰਜਾਬ ਦਾ ਕਰਾਂਗੇ, ਉਹਦੇ ਨਾਲ ਸਾਨੂੰ ਬੰਨ੍ਹ ਦਿੱਤਾ ਜਾਂਦਾ ਹੈ। ਕੁੱਲ ਮਿਲਾ ਕੇ ਇਹ ਹੈ ਕਿ ਚਾਹੇ ਕਿਸਾਨਾਂ ਨੂੰ ਇਸ ਪ੍ਰੋਕਿਉਰਮੈਂਟ ਦੇ ਸੀਜ਼ਨ ਦੇ ਵਿੱਚ ਕੋਈ ਦਿੱਕਤ ਨਹੀਂ ਆਈ, ਪਰ ਸਾਡੀਆਂ ਸਟੇਟ ਏਜੰਸੀਆਂ ਜ਼ਰੂਰ ਫਿਕਰਮੰਦ ਹੈ, ਜਾਂ ਸਾਡੀ ਪੰਜਾਬ ਸਰਕਾਰ ਜ਼ਰੂਰ ਇਸ ਚਿੰਤਾ ਦੇ ਵਿੱਚ ਹੈ ਕਿ ਜੇ ਕੇਂਦਰ ਸਰਕਾਰ ਨੇ ਖੁਦਾ ਨਾ ਖਾਸਤਾ ਬਾਂਹ ਨਾ ਸਾਡੀ ਫੜੀ ਤਾਂ ਇੰਨਾ ਭਾਰ ਉਹ ਕਿਵੇਂ ਚੁੱਕਣਗੇ। ਕਿਉਂਕਿ ਇਹ ਪਹਿਲੀ ਵਾਰ ਤਾਂ ਆਤਿਸ਼ ਹੋਇਆ ਨਹੀਂ ਹੈਗਾ ਕਿ ਭਾਰਤ ਸਰਕਾਰ ਦਾ ਜਿਹੜਾ ਰਵੱਈਆ ਹੈ ਉਹ ਇਸ ਕਿਸਮ ਦਾ ਰਿਹਾ ਹੋਵੇ। ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਮੋੜ ਹੈ ਜਿਹੜੇ ਆਉਂਦੇ ਰਹੇ ਨੇ। ਇਹ ਤਾਂ ਕਹਿਣ ਨੂੰ ਨੇ ਕਿ ਅਸੀਂ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਚੱਲਣਾ ਹੈਗਾ। ਪ੍ਰਧਾਨ ਮੰਤਰੀ ਜਾਂ ਆਪਾਂ ਕਹਿ ਲਈਏ ਕਿ ਮੌਜੂਦਾ ਜਿਹੜੀ ਕੇਂਦਰ ਸਰਕਾਰ ਹੈ ਇਹ ਵੀ ਉਹੀ ਲੀਹਾਂ 'ਤੇ ਚੱਲ ਰਹੀ ਹੈ ਜਿਹੜੀਆਂ ਲੀਹਾਂ 'ਤੇ ਕਦੇ ਸ਼੍ਰੀਮਤੀ ਇੰਦਰਾ ਗਾਂਧੀ ਜਾਂ ਰਾਜੀਵ ਗਾਂਧੀ ਚੱਲਦੇ ਹੋਏ ਸੀ। ਕਿਉਂਕਿ ਇਹਨਾਂ ਦੀ ਮਾਨਸਿਕਤਾ ਦੇ ਵਿੱਚ ਵੀ ਅਜੇ ਪੂਰੀ ਤਰ੍ਹਾਂ ਇੱਕ ਸੈਂਟਰਲਾਈਜੇਸ਼ਨ ਵਾਲਾ ਜਿਹੜਾ ਏਜੰਡਾ ਹੈ ਉਹ ਘੁੰਮ ਰਿਹਾ ਹੈ। ਇਹਨਾਂ ਦਾ ਜਿਹੜਾ ਪਿਛਲਾ ਰਿਕਾਰਡ ਹੈ ਉਹ ਵੀ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਸਾਰੇ ਫੈਸਲੇ ਹੈ ਜਿਹੜੇ ਉਹ ਸੈਂਟਰਲਾਈਜੇਸ਼ਨ ਵੱਲ ਜਾਂ ਫੈਡਰਲਿਜ਼ਮ ਨੂੰ ਢਾਹ ਲਾਉਣ ਵਾਲੇ ਲਏ ਗਏ ਨੇ। ਖਾਸ ਤੌਰ 'ਤੇ ਜਦੋਂ ਪੰਜਾਬ ਦੇ ਸੰਦਰਭ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਤਾਂ BSF ਦਾ ਅਧਿਕਾਰ ਖੇਤਰ ਵਧਾਇਆ। ਜੀ ਬਿਲਕੁਲ। ਅਗਰ ਤੁਸੀਂ ਸੱਚਮੁੱਚ ਮਦਈ ਹੋ ਇਸ ਗੱਲ ਦੇ, ਸੰਘਵਾਦ ਦੇ, ਤਾਂ ਤੁਹਾਨੂੰ ਸੰਬੰਧਿਤ ਸੂਬਾ ਸਰਕਾਰ ਨਾਲ ਪਹਿਲਾਂ ਤਾਲਮੇਲ ਕਰਨਾ ਬਣਦਾ ਸੀ, ਉਸ ਨੂੰ ਭਰੋਸੇ 'ਚ ਲਿਆ ਜਾਣਾ ਚਾਹੀਦਾ ਸੀ। ਫਿਰ BBMB ਵਾਲੇ ਵਿੱਚੋਂ ਸਾਡੀ ਪੰਜਾਬ ਦੀ ਪ੍ਰਤੀਨਿਧਤਾ ਜਿਹੜੀ ਉਹ ਖਤਮ ਕੀਤੀ, ਉਹਦੇ ਵਿੱਚ ਸਾਨੂੰ ਜਿਹੜਾ ਪੁੱਛਿਆ ਨਹੀਂ ਗਿਆ। ਜਾਂ ਹੁਣ ਸਾਡੀ ਜਿਹੜੀ ਐਲੋਕੇਸ਼ਨ ਸੀ ਕੋਲੇ ਦੀ ਐਡੀਸ਼ਨਲ ਉਹ ਸਾਡੀ ਬੰਦ ਕਰ ਦਿੱਤੀ ਗਈ, ਉਹਦੇ ਵਿੱਚ ਸਾਨੂੰ ਪੁੱਛਿਆ ਨਹੀਂ ਗਿਆ। ਤਾਂ ਜੇ ਸਾਨੂੰ ਬਿਨਾਂ ਸੂਬਿਆਂ ਤੋਂ ਪੁੱਛਗਿੱਛ ਤੋਂ ਜੇ ਆਪਣੇ ਪੱਧਰ 'ਤੇ ਫੈਸਲੇ ਕਰਨੇ ਨੇ ਤਾਂ ਇਹ ਕਿਸ ਕਿਸਮ ਦਾ ਮਾਡਲ ਹੋਏਗਾ। ਜਿਸ ਟਾਈਮ ਨੀਤੀ ਆਯੋਗ ਦਾ ਗਠਨ ਹੋਇਆ ਸੀ, ਇਹਨਾਂ ਨੇ ਉਹਨੂੰ ਨਾਮ ਬਦਲਿਆ ਸੀ, ਨੀਤੀ ਆਯੋਗ ਬਣਾਇਆ ਸੀ, ਤਾਂ ਉਦੋਂ ਵੀ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਨੇ ਹੀ ਕਿਹਾ ਸੀਗਾ ਕਿ ਜਿਹੜਾ ਨੀਤੀ ਆਯੋਗ ਹੈ ਇਹ ਜਿਹੜਾ ਕੋਆਪਰੇਟਿਵ ਫੈਡਰਲਿਜ਼ਮ ਦਾ ਇੱਕ ਮਾਡਲ ਹੈ ਜਿਹੜਾ ਉਹ ਪੇਸ਼ ਕਰੇਗਾ। ਤਾਂ ਸਾਨੂੰ ਲੱਗਦਾ ਹੈ ਕਿ ਜਿਹੜਾ ਮਾਡਲ ਹੁਣ ਚੱਲ ਰਿਹਾ ਕਿ ਇਸ ਕਿਸਮ ਦਾ ਮਾਡਲ ਹੈਗਾ। ਜੋ ਸਾਨੂੰ ਪਤਾ ਹੈ ਕਿ ਪੰਜਾਬ ਹੈ ਜਿਹੜਾ ਸਾਡੇ ਜਿਹੜੀਆਂ ਦੇਸ਼ ਦੀਆਂ ਸੁਰੱਖਿਆ ਫੋਰਸ ਦੇ ਵਿੱਚ ਪੰਜਾਬ ਦੇਸ਼ ਦੇ ਵਿੱਚ ਦੂਜੇ ਨੰਬਰ 'ਤੇ ਆਉਂਦਾ ਹੈ। ਸਭ ਤੋਂ ਵੱਧ ਜਿਹੜੇ ਜਵਾਨ ਹੈ ਸਾਡੀ ਫੌਜ ਦੇ ਵਿੱਚ ਉਹ ਯੂਪੀ ਦੇ ਨੇ, ਦੂਸਰਾ ਨੰਬਰ ਪੰਜਾਬ ਦਾ ਆਉਂਦਾ ਹੈ। ਇਸ ਤਰ੍ਹਾਂ ਅਨਾਜ ਦੇ ਖੇਤਰ ਦੇ ਵਿੱਚ 11 ਸੂਬਿਆਂ ਦੇ ਵਿੱਚ ਜਿਹੜੀ ਕਣਕ ਦੀ ਪੈਦਾਵਾਰ ਹੁੰਦੀ ਹੈ ਔਰ 11 ਸੂਬਿਆਂ ਦੇ ਵਿੱਚੋਂ ਅਸੀਂ ਟੌਪ 'ਤੇ ਹਾਂ। ਚਾਹੀਦਾ ਤਾਂ ਇਹ ਸੀ ਕਿ ਜਦੋਂ ਹੁਣ ਪੰਜਾਬ ਦੇ ਵਿੱਚ ਆਪਾਂ ਹਾਲਾਤ ਪਿਛਲੇ ਦਿਨਾਂ ਤੋਂ ਦੇਖ ਰਹੇ ਹਾਂ ਕਿ ਡੇਲੀ ਕਦੇ ਇੱਕ ਕਿਸਾਨ ਖੁਦਕੁਸ਼ੀ ਕਰ ਜਾਂਦਾ, ਅੱਜ ਫੇਰ ਇੱਕ ਕਿਸਾਨ ਨੇ ਖੁਦਕੁਸ਼ੀ ਕੀਤੀ ਹੈਗੀ ਹੈ। ਇਸ ਕਿਸਮ ਦੇ ਹਾਲਾਤ ਬਣੇ ਹੋਏ ਨੇ ਕਿਉਂਕਿ ਯੀਲਡ ਘਟਨਾ ਆਤਿਸ਼ ਪੰਜਾਬ ਦੇ ਕਿਸਾਨਾਂ ਨੂੰ ਤਕਰੀਬਨ 6000 ਕਰੋੜ ਰੁਪਏ ਦਾ ਜਿਹੜਾ ਵਿੱਤੀ ਲਾਸ ਹੋਇਆ ਹੈ। ਤਾਂ ਇਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਜ਼ਰੂਰਤ ਇਸ ਗੱਲ ਦੀ ਸੀ ਕਿ ਜਿੰਨੇ ਵੀ ਅੜਿੱਕੇ ਨੇ, ਚਾਹੇ ਉਹ ਸੈਂਟਰ ਟੀਮ ਆਉਣ ਤੋਂ ਬਾਅਦ ਫੈਸਲਾ ਲੈਣ ਦਾ, ਕਿ ਫੌਰੀ ਫੈਸਲਾ ਲਿਆ ਜਾਂਦਾ ਔਰ ਪੰਜਾਬ ਨੂੰ ਘੱਟੋ ਘੱਟ ਇਸ ਗੱਲ ਤੋਂ ਸੁਰਖਰੂ ਕੀਤਾ ਜਾਂਦਾ। ਚਾਹੇ ਪ੍ਰਧਾਨ ਮੰਤਰੀ ਨੇ ਅੱਜ ਦੀ ਮੀਟਿੰਗ ਹੈ ਜਿਹੜੀ ਉਹ ਕਰੋਨਾ ਸਮੀਖਿਆ ਨੂੰ ਲੈ ਕੇ ਰੱਖੀ ਗਈ ਸੀ, ਪਰ ਇਹਦੇ ਵਿੱਚ ਹੋਰ ਵੀ ਬਹੁਤ ਸਾਰੇ ਇਸ਼ਾਰੇ ਆ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕੀਤੇ ਨੇ। ਜੀ ਚਰਨਜੀਤ ਜੀ, ਜਿਵੇਂ ਤੁਸੀਂ ਦੱਸਿਆ ਵੀ ਕਿ ਪ੍ਰਧਾਨ ਮੰਤਰੀ ਵੱਲੋਂ ਅੱਜ ਦੀ ਮੀਟਿੰਗ ਭਾਵੇਂ ਕਰੋਨਾ ਸਮੀਖਿਆ ਨੂੰ ਲੈ ਕੇ ਰੱਖੀ ਸੀ, ਪਰ ਜਿਹੜੇ ਇਸ਼ਾਰੇ ਉਹਨਾਂ ਨੇ ਕੀਤੇ ਨੇ ਇਹ ਇਸ਼ਾਰੇ ਸਪਸ਼ਟ ਕਰਦੇ ਨੇ ਵੀ ਕਿ ਆਉਣ ਵਾਲੇ ਦਿਨਾਂ 'ਚ ਪੰਜਾਬ ਦੇ ਲੋਕਾਂ 'ਤੇ ਕੋਈ ਨਵਾਂ ਬੋਝ ਜਿਹੜਾ ਹੈ ਪੈ ਸਕਦਾ। ਅਸੀਂ ਜਾਣਨਾ ਚਾਹਾਂਗੇ ਉਹ ਇਸ਼ਾਰੇ ਕੀ ਨੇ, ਕਿਹੜਾ ਇਹ ਨਵਾਂ ਬੋਝ ਜਿਹੜਾ ਹੈ ਲੋਕਾਂ 'ਤੇ ਪੈ ਸਕਦਾ। ਦੇਖੋ, ਚਾਹੇ ਅਸੀਂ ਸਿੱਧੇ ਤੌਰ 'ਤੇ ਤਾਂ ਕੁਝ ਨਹੀਂ ਕਹਿ ਸਕਦੇ, ਪਰ ਪ੍ਰਧਾਨ ਮੰਤਰੀ ਨੇ ਜਿੰਨਾ ਟਾਈਮ ਅੱਜ ਗੱਲ ਕੀਤੀ ਉਹਦੇ ਵਿੱਚੋਂ ਜਦੋਂ ਕਰੋਨਾ ਦੀ ਉਹਨਾਂ ਨੇ ਸਮੀਖਿਆ ਦੀ ਗੱਲ ਕੀਤੀ ਤਾਂ ਉਹਦਾ ਪਾਰਟ ਹੈ ਜਿਹੜਾ 40% ਬਣਦਾ ਹੈਗਾ। ਉਹਨਾਂ ਨੇ 60% ਸੂਬਿਆਂ ਦੀ ਭੂਮਿਕਾ 'ਤੇ ਕਰੋਨਾ ਕਾਲ ਦੇ ਦੌਰਾਨ ਜਾਂ ਬਾਅਦ ਦੇ ਵਿੱਚ ਜਾਂ ਭਵਿੱਖ ਨੂੰ ਲੈ ਕੇ ਜਾਂ ਮਹਿੰਗਾਈ ਨੂੰ ਲੈ ਕੇ 2-3 ਇਸ਼ਾਰੇ ਆ ਜਿਹੜੇ ਉਹਨਾਂ ਨੇ ਕੀਤੇ ਹੈਗੇ ਨੇ, ਜਿਸ ਤੋਂ ਸਾਨੂੰ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ
ਲੋਕਾਂ ਤੇ ਹੋਰ ਬੋਝ ਪੈ ਸਕਦਾ ਹੈ, ਜਾਂ ਉਹਨਾਂ ਨੇ ਇਹ ਇਸ਼ਾਰਾ ਕੀਤਾ ਕਿ ਭਾਰਤ ਸਰਕਾਰ ਤੋਂ ਜਿਹੜੇ ਲੋਕ ਹੈ ਇਸ ਮਹਿੰਗਾਈ ਦੇ ਦੌਰ ਦੇ ਵਿੱਚ ਹੋਰ ਕਿਸੇ ਕਿਸਮ ਦੀ ਆਸ ਨਾ ਰੱਖਣ, ਔਰ ਉਹਨਾਂ ਨੇ ਸੂਬਾ ਸਰਕਾਰਾਂ ਨੂੰ ਕਿਹਾ ਹੈ ਕਿ ਇਹ ਮਹਿੰਗਾਈ ਨੂੰ ਠੱਲਣ ਦੇ ਜਾਂ ਇਹਦੀ ਤਕਲੀਫ ਨੂੰ ਘਟਾਉਣ ਦੇ ਲਈ ਸੂਬਾ ਸਰਕਾਰਾਂ ਆਪਣੇ ਜਿਹੜੇ ਖਜ਼ਾਨੇ ਦੇ ਵਿੱਚੋਂ ਵਿੱਤੀ ਮਦਦ ਕਰਕੇ ਲੋਕਾਂ ਦੀ ਬਾਂਹ ਫੜਨ। ਉਹਨਾਂ ਨੇ ਜ਼ਿਕਰ ਕੀਤਾ ਹੈ ਕਿ ਜਦੋਂ ਭਾਰਤ ਸਰਕਾਰ ਨੇ ਤੇਲ ਦੀਆਂ ਕੀਮਤਾਂ ਦੇ ਵਿੱਚ ਐਕਸਾਈਜ਼ ਡਿਊਟੀ ਦੇ ਵਿੱਚ ਕਟੌਤੀ ਕੀਤੀ ਸੀ, ਤਾਂ ਉਦੋਂ ਵੀ ਦੇਸ਼ ਦੇ ਜਿਹੜੇ 11 ਸੂਬਿਆਂ ਨੇ ਤੇਲ ਦੀਆਂ ਕੀਮਤਾਂ ਜਿਹੜਾ ਵੈਟ ਹੈ ਉਹ ਘਟਾਇਆ ਸੀ, ਜਿਹਦੇ ਵਿੱਚ ਪੰਜਾਬ ਵੀ ਸ਼ਾਮਲ ਹੈ। ਉਹਨਾਂ ਨੇ ਕਿਹਾ ਸੀ ਕਿ ਲੋਕਾਂ ਨੂੰ ਸੂਬਿਆਂ ਨੇ ਵੀ ਰਾਹਤ ਦਿੱਤੀ ਸੀ, ਔਰ ਉਚੇਚੇ ਤੌਰ 'ਤੇ ਉਹਨਾਂ ਨੇ ਕੁਝ ਸੂਬਿਆਂ ਦਾ ਜ਼ਿਕਰ ਵੀ ਕੀਤਾ ਕਿ ਜਿਨ੍ਹਾਂ ਨੇ ਰਾਹਤ ਨਹੀਂ ਦਿੱਤੀ ਔਰ ਜਿਨ੍ਹਾਂ ਨੇ ਆਪਣੇ ਖਜ਼ਾਨਿਆਂ ਨੂੰ ਬੜਾਵਾ ਦਿੱਤਾ, ਖਜ਼ਾਨੇ ਨੂੰ ਤਰਜੀਹ ਦਿੱਤੀ, ਤਾਂ ਉਹਨਾਂ ਦਾ ਇਸ਼ਾਰਾ ਇਸ ਕਿਸਮ ਦਾ ਇਹ ਸੀ ਕਿ ਜਦੋਂ ਵੀ ਇਸ ਕਿਸਮ ਦਾ ਦੌਰ ਆਉਂਦਾ ਜਾਂ ਸੰਕਟ ਦੇ ਵਿੱਚ ਸੂਬਾ ਸਰਕਾਰਾਂ ਜਿਹੜੀ ਉਹ ਵੀ ਆਪਣਾ ਬਣਦਾ ਰੋਲ ਪਾਉਣ ਜਾਂ ਉਹ ਵੀ ਆਪਣੇ ਖਰਚੇ ਘਟਾਉਣ। ਪਰ ਆਤਿਸ਼ ਹੋ ਇਹ ਰਿਹਾ ਕਿ ਪਿਛਲੇ ਟਾਈਮ ਦੇ ਵਿੱਚ ਜਦੋਂ ਦਾ GST ਆਇਆ ਹੈਗਾ, ਤਾਂ ਜਿੰਨੇ ਵੀ ਫੈਸਲੇ ਹੋ ਰਹੇ ਨੇ ਭਾਰਤ ਸਰਕਾਰ ਦੇ, ਉਹ ਸਾਰੇ ਇਹ ਲੱਗਦਾ ਕਿ ਸੂਬਿਆਂ ਦੇ ਜਿਹੜੇ ਵਿੱਤੀ ਸਰੋਤ ਹੈ ਉਹਨਾਂ ਨੂੰ ਜਿਹੜਾ ਭਾਰਤ ਕੇਂਦਰ ਸਰਕਾਰ ਹੈ ਉਹ ਇੱਕ ਤਰ੍ਹਾਂ ਕੈਪਚਰ ਕਰਨ 'ਤੇ ਲੱਗੀ ਹੋਈ ਹੈ। ਪਰ ਜਦੋਂ ਦੇਣ ਦੀ ਗੱਲ ਆਉਂਦੀ, ਜਿਸ ਤਰ੍ਹਾਂ GST ਕੰਪਨਸੇਸ਼ਨ ਦੀ ਗੱਲ ਆਉਂਦੀ ਹੈਗੀ ਦੇਣ ਦੀ, ਤਾਂ ਉਹਦੀ ਭਰਪਾਈ ਹੈ ਜਿਹੜੀ ਸੂਬਿਆਂ ਦੀ ਨਹੀਂ ਕੀਤੀ ਜਾਂਦੀ। ਹੁਣ ਸਾਡੇ ਕੋਲ ਇਹ ਤਾਂ ਗੱਲ ਕਰ ਰਹੇ ਨੇ ਉਹ ਕਿ ਸਾਡਾ ਕੇਂਦਰੀ ਫੈਸਲੇ ਵੀ ਨਹੀਂ ਲੈ ਰਹੇ, ਸਾਡਾ 1100 ਕਰੋੜ ਰੁਪਇਆ RDF ਦਾ ਭਾਰਤ ਸਰਕਾਰ ਨੇ ਅਜੇ ਤੱਕ ਰੋਕਿਆ ਪਿਆ। ਪੰਜਾਬ ਸਰਕਾਰ ਨੇ ਆਰਡੀਨੈਂਸ ਵੀ ਜਾਰੀ ਕਰ ਦਿੱਤਾ ਕਿ ਜਿਹੜਾ ਰੂਰਲ ਡਿਵੈਲਪਮੈਂਟ ਬੋਰਡ ਹੈ ਉਹਦੇ ਵਿੱਚ ਐਕਟ ਹੈ ਉਹਦੇ ਵਿੱਚ ਅਮੈਂਡਮੈਂਟ ਵੀ ਕਰ ਦਿੱਤੀ ਹੈ, ਆਰਡੀਨੈਂਸ ਜਾਰੀ ਹੋ ਗਿਆ। ਇਹਦੇ ਬਾਵਜੂਦ ਉਹ 1100 ਕਰੋੜ ਰੁਪਏ ਜਾਰੀ ਤਾਂ ਕੀ ਕਰਨਾ ਸੀ, ਜਿਹੜਾ ਅਗਲੀ ਫਸਲ ਦਾ ਤਕਰੀਬਨ 450 ਕਰੋੜ ਸੀ ਉਹਦੇ ਉੱਪਰ ਵੀ ਹਾਲੇ ਤੱਕ ਰੋਕ ਲਾਈ ਹੋਈ ਹੈ। ਤਾਂ ਸਾਨੂੰ ਇਹ ਲੱਗਦਾ ਕਿ ਪੰਜਾਬ ਸਰਕਾਰ ਪ੍ਰਤੀ ਕੋਈ ਇਸ ਤਰ੍ਹਾਂ ਕੋਆਪਰੇਸ਼ਨ ਵਾਲਾ ਵਤੀਰਾ ਭਾਰਤ ਸਰਕਾਰ ਦਾ ਹਾਲੇ ਤੱਕ ਦਿਖ ਨਹੀਂ ਰਿਹਾ। ਕੋਈ ਵੀ ਇਸ ਕਿਸਮ ਦਾ ਜੈਸਚਰ ਨਹੀਂ ਕਿਸੇ ਵੀ ਅਦਾਰੇ ਦਾ ਕਹਿ ਲਈਏ ਜਾਂ ਕਿਸੇ ਵੀ ਮੰਤਰਾਲੇ ਦਾ, ਜਿਹਤੋਂ ਸਾਨੂੰ ਲੱਗਦਾ ਹੋਵੇ ਕਿ ਸਾਨੂੰ ਸੈਂਟਰ ਵਾਲੇ ਪਾਸਿਓਂ ਪੰਜਾਬ ਨੂੰ ਕੋਈ ਠੰਡਾ ਬੁੱਲਾ ਹੈ ਜਿਹੜਾ ਉਹ ਆ ਸਕਦਾ ਹੈਗਾ। ਤਾਂ ਅੱਜ ਵਾਲੀ ਜਿਹੜੀ ਮੀਟਿੰਗ ਪ੍ਰਧਾਨ ਮੰਤਰੀ ਨੇ ਕੀਤੀ ਹੈ ਉਹਦੇ ਵਿੱਚ ਜਿੱਥੇ ਇਸ ਕਿਸਮ ਦੀਆਂ ਗੱਲਾਂ ਬਾਤਾਂ ਹੋਈਆਂ ਨੇ ਕਿ ਸੂਬਾ ਸਰਕਾਰਾਂ ਨੂੰ ਜ਼ਿਆਦਾ ਟਾਈਮ ਉਹਨਾਂ ਨੇ ਲਾਇਆ ਹੈ, ਅਤੇ ਮੇਨਲੀ ਉਹਨਾਂ ਨੇ ਸੰਬੋਧਨ ਹੀ ਕੀਤਾ ਜਿਸ ਤਰ੍ਹਾਂ ਉਹਨਾਂ ਦਾ ਆਪਦਾ ਇੱਕ ਸੁਭਾਅ ਹੈਗਾ ਕਿ ਮਨ ਕੀ ਬਾਤ ਵੀ ਜਿਵੇਂ ਕਰਦੇ ਨੇ ਉਹ ਵੀ ਵਨ ਸਾਈਡਡ ਹੁੰਦਾ ਹੈ, ਜਾਂ ਇਹ ਵੀ ਕਿਹਾ ਜਾਂਦਾ ਹੈ ਕਿ ਜੇ ਤੁਸੀਂ ਸੱਚਮੁੱਚ ਫੈਡਰਲਿਜ਼ਮ ਦੇ ਹਾਮੀ ਹੋ ਤਾਂ ਤੁਸੀਂ ਵੱਡੇ ਫੈਸਲੇ ਲੈਣੇ, ਉਹਦੇ ਵਿੱਚ ਲੋਕਾਂ ਦੀ ਸ਼ਮੂਲੀਅਤ ਹੋਣੀ ਚਾਹੀਦੀ ਹੈ, ਸੂਬਿਆਂ ਦੀ ਸ਼ਮੂਲੀਅਤ ਹੋਣੀ ਚਾਹੀਦੀ ਹੈ। ਸਾਰਿਆਂ ਨੂੰ ਪਤਾ ਹੈ ਕਿ ਜਦੋਂ ਖੇਤੀ ਕਾਨੂੰਨਾਂ 'ਤੇ ਆਰਡੀਨੈਂਸ ਜਾਰੀ ਕੀਤਾ ਸੀਗਾ ਉਦੋਂ ਪਹਿਲਾਂ ਕਿਹੜਾ ਸਟੇਕ ਹੋਲਡਰਸ ਨਾਲ ਕੋਈ ਗੱਲਬਾਤ ਕੀਤੀ ਗਈ ਸੀਗੀ ਜਾਂ ਸ਼ੇਅਰ ਹੋਲਡਰ ਨਾਲ ਕੋਈ ਗੱਲਬਾਤ ਕੀਤੀ ਗਈ ਸੀ ਕਿਸੇ ਕਿਸਮ ਦੀ, ਉਹ ਵੀ ਰਾਤੋਂ ਰਾਤੀ ਆਰਡੀਨੈਂਸ ਜਾਰੀ ਹੋਏ ਸੀ, ਕਾਨੂੰਨ ਬਣਾਏ ਗਏ ਸੀ। ਜਾਂ ਕਿਰਤ ਕਾਨੂੰਨਾਂ ਦੇ ਵਿੱਚ ਸੋਧ ਦੀ ਗੱਲ ਆਉਂਦੀ ਹੈ ਤਾਂ ਬਿਨਾਂ ਮਸ਼ਵਰੇ ਤੋਂ ਸਾਰੇ ਕੰਮ ਹੋ ਰਹੇ ਨੇ, ਔਰ ਕਿਹਾ ਜਾ ਰਿਹਾ ਕਿ ਅਸੀਂ ਕੋਆਪਰੇਟਿਵ ਫੈਡਰਲਿਜ਼ਮ ਨੂੰ ਜਿਹੜਾ ਮਜ਼ਬੂਤ ਕਰਨਾ ਹੈ, ਇਸ ਕਿਸਮ ਦੀਆਂ ਅਪੀਲਾਂ ਦਲੀਲਾਂ ਜਿਹੜੀਆਂ ਲੋਕਾਂ ਅੱਗੇ ਰੱਖੀਆਂ ਜਾ ਰਹੀਆਂ ਨੇ। ਔਰ ਆਤਿਸ਼ ਜੀ ਆਪਣੇ ਚੱਲਦੇ ਪ੍ਰੋਗਰਾਮ ਦੇ ਦੌਰਾਨ ਹੀ ਮੈਨੂੰ ਇੱਕ ਇਸ ਖੁਸ਼ਖਬਰ ਵੀ ਜਿਹੜੀ ਮਿਲੀ ਹੈਗੀ ਹੈ। ਸਾਨੂੰ ਲੱਗ ਰਿਹਾ ਸੀਗਾ ਕਿ ਭਾਰਤ ਸਰਕਾਰ ਨੇ ਪਿਛਲੇ ਦਿਨਾਂ ਦੇ ਵਿੱਚ 1 ਅਪ੍ਰੈਲ ਤੋਂ ਜਿਹੜਾ ਹੈਗਾ DAP ਖਾਦ ਦੀ ਜਿਹੜੀ ਕੀਮਤ ਹੈ ਉਹਦੇ ਵਿੱਚ 150 ਰੁਪਏ ਦਾ ਵਾਧਾ ਕੀਤਾ ਸੀਗਾ, 1200 ਤੋਂ ਵਧਾ ਕੇ ਉਹ 1350 ਕਰ ਦਿੱਤੀ ਗਈ ਸੀ। ਅੱਜ ਹੁਣੇ ਹੀ ਭਾਰਤ ਸਰਕਾਰ ਨੇ ਇੱਕ ਫੈਸਲਾ ਕੀਤਾ ਹੈ ਜਿਹਨੂੰ ਇੱਕ ਠੰਡਾ ਬੁੱਲਾ ਕਹਿ ਸਕਦੇ ਹਾਂ ਅਸੀਂ, ਬਿਲਕੁਲ ਕੰਟਰਾਸਟ ਦੇ ਵਿੱਚ ਜਾ ਕੇ, ਕਿ ਜਿਹੜੀ ਰੇਟ ਵਧਾਏ ਜਾਣੇ ਸੀ DAP ਖਾਦ ਦੇ ਹੋਰ, ਕਿਉਂਕਿ 1 ਅਪ੍ਰੈਲ ਨੂੰ ਜਿਹੜੀ ਖਾਦ ਪਾਲਿਸੀ ਜਿਹੜੀ ਬਣਦੀ ਹੈਗੀ ਆ ਹਰ ਸਾਲ, ਉਹਦੇ ਵਿੱਚ ਉਮੀਦ ਕੀਤੀ ਜਾ ਰਹੀ ਸੀ ਕਿ ਫਰਟੀਲਾਈਜ਼ਰ ਕੰਪਨੀਆਂ ਜਿਹੜੀਆਂ ਐਤਕੀ ਸਪਲਾਈ ਨਹੀਂ ਕਰ ਰਹੀਆਂ ਸਾਨੂੰ ਖਾਦ। ਉਹਦਾ ਕਾਰਨ ਇਹ ਸੀ ਕਿ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਖਾਦ ਦੇ ਭਾਅ ਹੈ ਜਿਹੜੇ ਉਹ ਕਾਫੀ ਉੱਚੇ ਨੇ। ਤਾਂ ਇਹ ਕਿਹਾ ਜਾ ਰਿਹਾ ਸੀ ਕਿ 700-800 ਰੁਪਇਆ ਜਿਹੜਾ ਹੈਗਾ ਉਹ ਲੋਕਾਂ 'ਤੇ ਨਵਾਂ ਬੋਝ ਭਾਰਤ ਸਰਕਾਰ ਪਾਏਗੀ। ਪਰ ਹੁਣੇ ਫੈਸਲਾ ਜਿਹੜਾ ਆਇਆ ਹੈਗਾ ਕਿ ਭਾਰਤ ਸਰਕਾਰ ਨੇ ਉਹ ਜਿਹੜਾ ਬੋਝ ਹੈ ਉਹ ਖੁਦ ਚੱਕਣ ਦਾ ਫੈਸਲਾ ਕੀਤਾ ਹੈ। ਚਲੋ ਇੱਕ ਚੰਗੀ ਗੱਲ ਵੀ ਹੈ, ਖਾਸ ਕਰਕੇ ਪੰਜਾਬ ਦੇ ਕਿਸਾਨਾਂ ਲਈ। ਇਸ ਕਰਕੇ ਆਪਾਂ ਖੁਸ਼ਖਬਰ ਕਹਿ ਸਕਦੇ ਹਾਂ ਇਸ ਨੂੰ ਕਿ ਜਦੋਂ ਝਾੜ ਨੇ ਯੀਲਡ ਨੇ ਇੰਨਾ ਸੱਟ ਲਾਈ ਹੈ ਹਰ ਕਿਸਾਨ ਨੂੰ, ਤਾਂ ਘੱਟੋ ਘੱਟ ਚਲੋ ਜੇ ਇਨਪੁੱਟ ਕਾਸਟ ਕੋਈ ਨਵਾਂ ਭਾਰ ਨਹੀਂ ਪਏਗਾ ਤਾਂ ਉਹ ਇੱਕ ਤਰ੍ਹਾਂ ਦਾ ਆਪਾਂ ਜਿਉਂਦਿਆਂ ਦੇ ਵਿੱਚ ਕਿਸਾਨ ਹੈ ਜਿਹੜੇ ਉਹ ਰਹਿ ਜਾਣਗੇ। 33,000 ਜਿਹੜੀ ਰੁਪਏ ਜਿਹੜੀ ਸਬਸਿਡੀ ਦਿੱਤੀ ਜਾਂਦੀ ਸੀ ਕਿਸਾਨਾਂ ਨੂੰ ਪ੍ਰਤੀ ਮੀਟ੍ਰਿਕ ਟਨ DAP ਖਾਦ 'ਤੇ, ਉਹ ਅੱਜ ਭਾਰਤ ਸਰਕਾਰ ਨੇ 50,000 ਰੁਪਏ
ਕਰ ਦਿੱਤੀ ਹੈ ਸਬਸਿਡੀ, ਚਲੋ ਇੱਕ ਤਸੱਲੀ ਵਾਲੀ ਗੱਲ ਵੀ ਹੈ। ਜੀ ਚਰਨਜੀਤ ਜੀ, ਜਿਵੇਂ ਕਿ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਗੱਲ ਕਰਦੇ ਆ ਰਹੇ ਹਾਂ ਵੀ ਕਿ ਪ੍ਰਧਾਨ ਮੰਤਰੀ ਨੇ ਅੱਜ ਦੀ ਮੀਟਿੰਗ ਕਰੋਨਾ ਸਮੀਖਿਆ ਨੂੰ ਲੈ ਕੇ ਕੀਤੀ ਸੀ, ਤਾਂ ਅਸੀਂ ਜਾਣਨਾ ਚਾਹਾਂਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ 'ਚ ਕਰੋਨਾ ਦੀ ਸਥਿਤੀ ਨੂੰ ਲੈ ਕੇ ਕਿਸ ਤਰ੍ਹਾਂ ਦੇ ਤੌਖਲੇ ਜਿਹੜੇ ਨੇ ਦਿੱਤੇ ਨੇ, ਕੀ ਸਥਿਤੀ ਜਿਹੜੀ ਹੁਣ ਤੱਕ ਸਾਹਮਣੇ ਆਈ ਹੈ? ਇੱਕ ਤਾਂ ਦੇਖੋ ਪ੍ਰਧਾਨ ਮੰਤਰੀ ਦੀ ਮੀਟਿੰਗ ਹੈ, ਉਸ ਤੋਂ ਬਾਅਦ ਪੰਜਾਬ ਸਰਕਾਰ ਦੀ ਆਪਣਾ ਇੱਕ ਵੱਖਰਾ ਬਿਆਨ ਹੈ ਜਿਹੜਾ ਉਹਨਾਂ ਨੇ ਜਾਰੀ ਕੀਤਾ ਹੈ। ਖਾਸ ਕਰਕੇ ਸਿਹਤ ਮੰਤਰੀ ਨੇ ਪੰਜਾਬ ਦੇ ਨੇ, ਪ੍ਰਧਾਨ ਮੰਤਰੀ ਹੋਰਾਂ ਨੇ ਸਿਰਫ ਇੱਕ ਅਲਰਟ ਕੀਤਾ ਸੂਬਿਆਂ ਨੂੰ। ਉਹਨਾਂ ਨੇ ਕਿਹਾ ਹੈ ਕਿ ਦੇਸ਼ ਦੇ ਵਿੱਚ ਜਿਹੜੀ ਕਰੋਨਾ ਦੇ ਕੇਸਾਂ ਦੇ ਵਿੱਚ ਜਿਹੜੀ ਗਿਣਤੀ ਹੈ ਉਹਦੇ ਵਿੱਚ ਲਗਾਤਾਰ ਇਜ਼ਾਫਾ ਹੋ ਰਿਹਾ ਹੈ, ਜਿਸ ਤੋਂ ਸਾਨੂੰ ਚੌਕਸ ਰਹਿਣ ਦੀ ਲੋੜ ਹੈ। ਉਹਨਾਂ ਨੇ ਸੂਬਿਆਂ ਨੂੰ ਅਲਰਟ ਕੀਤਾ ਕਿ ਤੁਸੀਂ ਆਪਣੇ ਪ੍ਰਬੰਧ ਹੈ ਜਿਹੜੇ ਉਹਨੂੰ ਕੰਟਰੋਲ ਹੇਠ ਕਰੋ ਜਾਂ ਪ੍ਰਬੰਧ ਬਿਹਤਰ ਬਣਾਓ, ਉਹਨਾਂ ਦੀ ਨਜ਼ਰਸਾਨੀ ਕਰੋ। ਇਸ ਕਿਸਮ ਦਾ ਉਹਨਾਂ ਨੇ ਇਸ਼ਾਰਾ ਕੀਤਾ ਹੈਗਾ। ਨਾਲ ਉਹਨੇ ਵੈਕਸੀਨੇਸ਼ਨ ਦੀ ਵੀ ਗੱਲ ਕੀਤੀ ਹੈ ਕਿ ਇਹਦਾ ਇੱਕੋ ਇੱਕ ਢੁਕਵਾਂ ਇਲਾਜ ਜਿਹੜਾ ਵੈਕਸੀਨੇਸ਼ਨ ਹੀ ਹੈਗਾ। ਜਿੱਥੇ ਪਿਛਲੀਆਂ ਮਹਾਂਮਾਰੀਆਂ ਨੇ, ਕਰੋਨਾ ਦੀਆਂ ਨੇ, ਲਹਿਰਾਂ ਨੇ ਪੂਰੇ ਸਮੁੱਚੇ ਦੇਸ਼ ਦੇ ਵਿੱਚ ਜਾਂ ਵਰਲਡ ਪੱਧਰ 'ਤੇ ਕਹਿ ਲਈਏ ਇੱਕ ਵੱਡੀ ਜਾਨੀ ਮਾਲੀ ਨੁਕਸਾਨ ਕੀਤਾ ਸੀ, ਉੱਥੇ ਸਾਡੇ ਪੰਜਾਬ ਦਾ ਵੀ ਜਿਹੜਾ ਅਰਥਚਾਰ ਹੈ ਉਹਨੂੰ ਵੀ ਲੀਹੋਂ ਲਾ ਦਿੱਤਾ ਸੀ। ਹੁਣ ਚਲੋ ਸਾਡੇ ਵਿੱਦਿਅਕ ਅਦਾਰੇ ਵੀ ਖੁੱਲ੍ਹ ਗਏ ਸੀਗੇ ਸਾਰੇ, ਅਤੇ ਜ਼ਿੰਦਗੀ ਮੁੜ ਜਿਹੜੀ ਲੀਹ 'ਤੇ ਆ ਗਈ ਸੀਗੀ, ਅਤੇ ਸਾਡੀ ਇੰਡਸਟਰੀ ਵੀ ਰਿਵਾਈਵ ਹੋਣ ਲੱਗੀ ਸੀਗੀ। ਤਾਂ ਇਸੇ ਦੌਰਾਨ ਇਸ ਕਿਸਮ ਦੀ ਜਿਹੜੀ ਖਬਰ ਮੁੜ ਆ ਰਹੀ ਹੈ, ਜਿਸ ਤੋਂ ਸਾਨੂੰ ਸੁਚੇਤ ਰਹਿਣ ਦੀ ਵੀ ਲੋੜ ਹੈ, ਮੁਸਤੈਦ ਰਹਿਣ ਦੀ ਲੋੜ ਹੈਗੀ ਹੈ। ਅਤੇ ਉਹਦੇ ਵਿੱਚ ਵੀ ਜਦੋਂ ਆਪਾਂ ਇਹਨੂੰ ਕੋਆਪਰੇਟਿਵ ਫੈਡਰਲਿਜ਼ਮ ਨਾਲ ਨਾਪ ਕੇ ਗੱਲ ਕਰਦੇ ਹਾਂ, ਕਿਉਂਕਿ ਉਹਨਾਂ ਦੀ ਜਦੋਂ ਗੱਲ ਕਰ ਰਹੇ ਹਾਂ ਆਪਾਂ, ਤਾਂ ਉਹਦੇ ਵਿੱਚ ਵੀ ਉਹਨਾਂ ਨੇ ਚਾਹੇ ਸਟੇਟ ਹੈ ਹੈਲਥ ਦਾ ਸਬਜੈਕਟ ਹੈਗਾ, ਪਰ ਇੱਕ ਮਹਾਂਮਾਰੀ ਹੈ, ਇਸ ਕਰਕੇ ਕੇਂਦਰ ਸਰਕਾਰ ਦਾ ਇੱਕ ਫਰਜ਼ ਬਣ ਜਾਂਦਾ ਹੈ ਇਸ ਤਰ੍ਹਾਂ ਦੀਆਂ ਮਹਾਂਮਾਰੀਆਂ ਨਾਲ ਸਮੁੱਚੇ ਦੇਸ਼ ਦੇ ਜਾਂ ਭਾਰਤ ਸਰਕਾਰ ਦੀ ਤਰਫੋਂ ਲੜਾਈ ਲੜਨ ਦਾ। ਤਾਂ ਉਹਨਾਂ ਨੇ ਪਹਿਲਾਂ ਦੂਸਰੀ ਲਹਿਰ ਵੇਲੇ ਦੇਖਿਆ ਤੁਸੀਂ ਕਿ ਜਦੋਂ ਬੇਕਾਬੂ ਹੋ ਗਈ ਸੀ ਲਹਿਰ, ਪਹਿਲਾਂ ਸਾਰੀ ਪਰਚੇਜ ਹੈ ਜਿਹੜੀ ਭਾਰਤ ਸਰਕਾਰ ਹੈ ਵੈਕਸੀਨ ਦੀ ਜਿਹੜੀ ਉਹ ਕੀਤੀ ਹੈ ਭਾਰਤ ਸਰਕਾਰ ਨੇ। ਜਦੋਂ ਬੇਕਾਬੂ ਹੋ ਗਈ ਸੀ ਲਹਿਰ, ਤਾਂ ਉਦੋਂ ਇਹ ਸਾਰੀ ਜ਼ਿੰਮੇਵਾਰੀ ਫਿਰ ਸੂਬਿਆਂ 'ਤੇ ਸਿੱਟ ਦਿੱਤੀ ਸੀ। ਉਦੋਂ ਕਹਿੰਦੇ ਕਿ ਤੁਸੀਂ ਹੁਣ ਆਪਣੇ ਪੱਧਰ 'ਤੇ ਦੇਖੋ। ਇਸ ਕਿਸਮ ਦੇ ਵੀ ਸਾਨੂੰ ਦੇਖਣ ਨੂੰ ਮਿਲਦੇ ਰਹੇ ਨੇ, ਜਾਂ ਉਹਦੇ ਵਿੱਚ ਵੀ ਵਿਤਕਰਾ ਕੇ ਜਿਹੜੇ ਭਾਜਪਾਈ ਸੂਬੇ ਨੇ ਹਕੂਮਤਾਂ ਵਾਲੇ, ਉਹਨਾਂ ਨੂੰ ਥੋੜ੍ਹੀ ਤਰਜੀਹ ਦਿੱਤੀ ਜਾਂਦੀ ਰਹੀ ਸੀ, ਜਿੱਥੇ ਆਪੋਜੀਸ਼ਨ ਪਾਰਟੀਆਂ ਵਾਲੇ, ਦੂਸਰੀਆਂ ਪਾਰਟੀਆਂ ਵਾਲੇ, ਉਹਨਾਂ ਨਾਲ ਜਿਹੜੀ ਵੈਕਸੀਨ ਦੀ ਵੰਡ ਦੇ ਵਿੱਚ ਵੀ ਵਿਤਕਰਾ ਜਿਹੜਾ ਹੁੰਦਾ ਰਿਹਾ। ਪੰਜਾਬ ਸਰਕਾਰ ਨੇ ਕਿੰਨੇ ਵਾਰ ਉਹਨਾਂ ਕੋਲ ਗੁਹਾਰ ਲਾਈ ਸੀਗੀ। ਅਤੇ ਜਿਹੜੇ ਸਿਹਤ ਮੰਤਰੀ ਪੰਜਾਬ ਦੇ ਨੇ ਵਿਜੇ ਸਿੰਗਲਾ ਜੀ, ਉਹਨਾਂ ਨੇ ਕਿਹਾ ਠੀਕ ਹੈ ਅਸੀਂ ਮਾਸਕ ਵਗੈਰਾ ਜਿਹੜੇ ਉਹਦੇ ਲਈ ਕਹਿੰਦੇ ਆ ਕਿ ਜ਼ਰੂਰੀ ਕੀਤਾ ਹੈ, ਪਰ ਅਸੀਂ ਫਿਲਹਾਲ ਕੋਈ ਇੱਦਾਂ ਦਾ ਜੁਰਮਾਨੇ ਵਗੈਰਾ ਨਹੀਂ ਰੱਖਾਂਗੇ। ਜੇ ਕੋਈ ਮਾਸਕ ਨਹੀਂ ਪਹਿਨਿਆ ਤਾਂ ਉਹਨਾਂ ਨੂੰ ਅਸੀਂ ਕੋਈ ਫਾਈਨ ਕਰਾਂਗੇ। ਇਸ ਕਿਸਮ ਦਾ ਅਸੀਂ ਸਟੈਪ ਨਹੀਂ ਲਵਾਂਗੇ, ਕਿਉਂਕਿ ਪੰਜਾਬ ਦੇ ਵਿੱਚ ਜਿਹੜੀ ਕਰੋਨਾ ਨੂੰ ਲੈ ਕੇ ਜਿਹੜੀ ਸਥਿਤੀ ਹੈ ਉਹ ਕੰਟਰੋਲ ਹੇਠ ਹੈ। ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਭੁੱਲਰ ਸਾਹਿਬ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਦੇ ਨਾਲ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।